BA2 ਇਲੈਕਟਿਵ ਵਾਲੇ ਸਟੂਡੈਂਟਸ ਅੱਜ ਜਿਹੜਾ ਅਸੀਂ ਟੋਪਿਕ ਕਰਨਾ ਹੈ ਪੰਜਾਬੀ ਸਾਹਿਤ ਦੇ ਇਤਿਹਾਸ ਵਾਲਾ ਜਿਹੜਾ ਟੋਪਿਕ ਹੈ 1701 ਤੋਂ ਲੈ ਕੇ 1850 ਤੱਕ ਜਿਹੜਾ ਪੰਜਾਬੀ ਸਾਹਿਤ ਦਾ ਇਤਿਹਾਸ ਜਿਹੜਾ ਲਿਖਿਆ ਗਿਆ ਉਹਦੇ 'ਚੋਂ ਅੱਜ ਵਾਲਾ ਸਾਡਾ ਟੋਪਿਕ ਹੈ ਸੂਫੀ ਕਾਵਧਾਰਾ ਨਾਲ ਸੰਬੰਧਿਤ। ਇਹਦੇ ਤੋਂ ਪਹਿਲਾ ਟੋਪਿਕ ਤੁਸੀਂ ਕੀਤਾ ਕਿੱਸਾ ਕਾਵਧਾਰਾ ਨਾਲ ਸੰਬੰਧਿਤ ਅਤੇ ਇਹਨੂੰ ਜੋ ਹੈ ਨਾ 18ਵੀਂ ਸਦੀ ਕਿਹਾ ਜਾਂਦਾ ਹੈ। 1701 ਤੋਂ ਲੈ ਕੇ 1800 ਤੱਕ ਜਿਹੜੀ ਹੈ ਉਹ 18ਵੀਂ ਸਦੀ ਬਣਦੀ ਹੈ। ਅਤੇ ਆਓ ਕੁਐਸਚਨ 'ਤੇ ਆ ਜਾਈਏ। ਸੂਫੀ ਕਾਵਧਾਰਾ ਨਾਲ ਸੰਬੰਧਿਤ 18ਵੀਂ ਸਦੀ ਵਿੱਚ ਸੂਫੀ ਕਾਵਧਾਰਾ ਵੀ ਲਗਾਤਾਰ ਚੱਲਦੀ ਰਹੀ। ਜਿੱਥੇ ਇੱਥੇ ਜੋ ਹੈ ਤੁਸੀਂ ਜਿਹੜੇ ਇੰਟੈਲੀਜੈਂਟ ਬੱਚੇ ਨੇ ਉਹ ਇਸ ਤਰ੍ਹਾਂ ਵੀ ਗੱਲ ਬਣਾ ਕੇ ਲਿਖ ਸਕਦੇ ਨੇ ਕਿ ਜਿੱਥੇ 18ਵੀਂ ਸਦੀ 'ਚ ਕਿੱਸਾ ਕਾਵਧਾਰਾ, ਵਾਰ ਕਾਵਧਾਰਾ, ਵਾਰਤਕ ਲਿਟਰੇਚਰ ਜੋ ਹੈ ਉਹ ਲਿਖਿਆ ਜਾਂਦਾ ਰਿਹਾ, ਉੱਥੇ ਸੂਫੀ ਕਾਵਧਾਰਾ ਦਾ ਆਪਣਾ ਇਸ ਸਮੇਂ ਵਿੱਚ ਇੱਕ ਵੱਖਰੀ ਪਛਾਣ ਹੈ। ਉਹ ਵੀ ਲਗਾਤਾਰ ਲਿਖੀ ਜਾਂਦੀ ਰਹੀ ਸੂਫੀ ਪੋਇਟਰੀ ਵੀ। ਅਤੇ ਅਸਲੋਂ ਇਸ ਸਦੀ ਵਿੱਚ ਸਭ ਤੋਂ ਵੱਧ ਸੂਫੀ ਕਵੀ ਹੋਏ। ਅਤੇ ਜਿਸ ਤਰ੍ਹਾਂ ਜੋ ਹੈ ਕਿੱਸਾ ਕਾਵਧਾਰਾ ਲਈ ਇਹ ਵਾਲਾ ਸਮਾਂ ਜੋ ਹੈ ਬਹੁਤ ਵਧੀਆ ਸੀਗਾ। ਬਹੁਤ ਸਾਰੇ ਕਿੱਸੇ ਲਿਖੇ ਗਏ, ਘੱਟੋ ਘੱਟ 40 ਕਿੱਸਾਕਾਰਾਂ ਨੇ ਕਿੱਸੇ ਲਿਖੇ। ਇਸੇ ਤਰ੍ਹਾਂ ਜੋ ਹੈ ਇਸ ਸਮੇਂ ਬਹੁਤ ਸਾਰੇ ਸੂਫੀ ਪੋਇਟ ਹੋਏ। ਕੁਝ ਸੂਫੀ ਬਾਬਾ ਫਰੀਦ ਵਾਂਗ ਦੀਨੀ ਕੱਟੜਤਾ ਤੋਂ ਮੁਕਤ ਨਹੀਂ ਸਨ ਅਤੇ ਕੁਝ ਸ਼ਾਹ ਹੁਸੈਨ ਵਾਂਗ ਉਦਾਰਚਿਤ ਵਾਲੇ ਅਤੇ ਮਸਤ ਮਲੰਗ ਸਨ। ਹੁਣ ਬੇਟਾ ਤੁਹਾਨੂੰ ਪਤਾ ਹੈ ਸਭ ਤੋਂ ਪਹਿਲਾ ਸੂਫੀ ਪੋਇਟ ਹੈ ਬਾਬਾ ਫਰੀਦ। ਕੁਝ ਤੇ ਸੂਫੀ ਪੋਇਟ ਬਾਬਾ ਫਰੀਦ ਵਰਗੇ ਸੀਗੇ ਅਤੇ ਕੁਝ ਸੀਗੇ ਸ਼ਾਹ ਹੁਸੈਨ ਵਰਗੇ ਮਸਤ ਮਲੰਗ। ਸ਼ਾਹ ਹੁਸੈਨ ਨੂੰ ਤੁਸੀਂ ਅਜੇ ਨਹੀਂ ਜਾਣਦੇ। ਸ਼ਾਹ ਹੁਸੈਨ ਨੂੰ ਤੁਸੀਂ ਅਗਲੇ ਸਾਲ ਪੜ੍ਹੋਗੇ BA ਫਾਈਨਲ ਵਿੱਚ। ਅਤੇ ਬਾਬਾ ਫਰੀਦ ਦਾ ਆਈ ਹੋਪ ਕਿ ਤੁਸੀਂ ਨਾਮ ਸੁਣਿਆ ਹੋਏਗਾ। ਸ਼ਾਹ ਹੁਸੈਨ ਤੁਸੀਂ ਅਗਲੇ ਸਾਲ ਪੜ੍ਹੋਗੇ, ਉਹਦੀ ਪੋਇਟਰੀ ਵੀ ਪੜ੍ਹੋਗੇ। ਅਤੇ ਅੱਗੇ ਦੇਖ ਲਈਏ। ਨਵੇਂ ਰੰਗ ਬੇਮੁਰਾਹੀ ਖੁੱਲ੍ਹ, ਨਵੇਂ ਰੰਗ ਬੇਮੁਰਾਹੀ ਖੁੱਲ੍ਹ, ਅਣਛੋਹੇ ਉਪਮਾਨ, ਸਰਲ ਅਤੇ ਰਸੀਲੀ ਭਾਸ਼ਾ ਆਦਿ ਇਸ ਕਾਲ ਦੇ ਸੂਫੀ ਕਾਵਿ ਦੀਆਂ ਕੁਝ ਵਿਸ਼ੇਸ਼ਤਾਵਾਂ ਹਨ। ਕਿਹੜੀਆਂ ਵਿਸ਼ੇਸ਼ਤਾਵਾਂ ਨੇ ਉਹਨਾਂ ਦੀਆਂ? ਨਵਾਂ ਰੰਗ ਭਰਿਆ ਉਹਨਾਂ ਨੇ ਆਪਣੀ ਪੋਇਟਰੀ 'ਚ। ਅਤੇ ਬੇਮੁਰਾਹੀ ਖੁੱਲ੍ਹ ਇਹ ਨਹੀਂ ਹੈ ਕਿ ਕੋਈ ਛੰਦਾਬੰਦੀ ਦੀ ਕੋਈ ਪਾਬੰਦੀ ਹੈ। ਅਣਛੋਹੇ ਉਪਮਾਨ, ਜਿਹੜੇ ਉਪਮਾਨਾਂ ਨੂੰ ਅੱਜ ਤੱਕ ਕਿਸੇ ਨੇ ਪੇਸ਼ ਨਹੀਂ ਕੀਤਾ ਸੀਗਾ, ਉਹਨਾਂ ਨੂੰ ਉਹਨਾਂ ਨੇ ਪੇਸ਼ ਕੀਤਾ। ਸਰਲ ਅਤੇ ਰਸ ਭਰਪੂਰ ਉਹਨਾਂ ਦੀ ਲੈਂਗੁਏਜ ਸੀਗੀ। ਦੂਜੇ ਸੂਫੀ ਕਵੀਆਂ ਨਾਲੋਂ ਇਹਨਾਂ ਸੂਫੀ ਕਵੀਆਂ ਨਾਲ ਵੱਖਰਤਾ ਇਹ ਹੈ ਕਿ ਪਹਿਲੀ ਵਾਰ ਸੂਫੀ ਕਵੀ ਸਮਾਜਿਕ ਕਾਣੀ ਵੰਡ ਅਤੇ ਹਾਕਮਾਂ ਦੇ ਅਤਿਆਚਾਰਾਂ ਵਿਰੁੱਧ ਬੋਲ ਪਏ। ਹੁਣ ਇੱਥੇ ਮੈਂ ਤੁਹਾਨੂੰ ਯਾਦ ਕਰਾ ਦਿਆਂ ਬੇਟਾ ਕਿ ਪਿਛਲੇ ਸਮੈਸਟਰ ਵਿੱਚ ਤੁਸੀਂ ਬੁੱਲੇ ਸ਼ਾਹ ਦੀ ਪੋਇਟਰੀ ਕੀਤੀ ਹੈਗੀ ਹੈ। ਅਤੇ ਬੁੱਲੇ ਸ਼ਾਹ ਜੋ ਹੈ ਉਹ ਐਸੇ ਕਾਲ ਦਾ ਪ੍ਰਸਿੱਧ ਸੂਫੀ ਪੋਇਟ ਹੈ। ਅਤੇ ਬੁੱਲੇ ਸ਼ਾਹ ਜੋ ਹੈ ਦੇਖੋ ਮੁਸਲਮਾਨ ਹੋ ਕੇ ਵੀ ਆਪਣੇ ਮੁਸਲਮਾਨ ਭਰਾਵਾਂ ਨੂੰ ਜਿੱਥੇ ਉਹ ਗਲਤ ਸਟੈਂਡ ਕਰਦੇ ਨੇ ਉਹਨਾਂ ਨੂੰ ਭੰਡਦਾ ਹੈ, ਉਹਨਾਂ ਦੇ ਵਿਰੁੱਧ ਬੋਲਦਾ ਹੈ ਉਹ। ਅਤੇ ਸਮਾਜਿਕ ਕਾਣੀ ਵੰਡ ਪ੍ਰਤੀ ਵੀ ਉਹ ਬੋਲਦਾ ਹੈ ਕਿ ਜੇਕਰ ਸਮਾਜ ਵਿੱਚ ਕੁਛ ਗਲਤ ਵਾਪਰ ਰਿਹਾ ਹੈ, ਜੇਕਰ ਹਾਕਮ ਜਮਾਤ, ਰਾਜੇ ਮਹਾਰਾਜੇ ਲੋਕ ਕੁਛ ਗਲਤ ਕਰ ਰਹੇ ਨੇ, ਉਹਨਾਂ ਦੇ ਵਿਰੁੱਧ ਵੀ ਬੁੱਲੇ ਸ਼ਾਹ ਬੋਲਦਾ ਹੈ। ਅਤੇ ਇਸ ਤਰ੍ਹਾਂ ਜੋ ਹੈ ਬੇਬਾਕੀ ਵਾਲੀ ਜਿਹੜੀ ਪੋਇਟਰੀ ਹੈ ਸੂਫੀ ਪੋਇਟਰੀ ਉਹ ਇਸ ਵੇਲੇ ਨੂੰ ਵੇਖਣ ਨੂੰ ਮਿਲਦੀ ਹੈ। ਇਸ ਲਈ ਉਹਨਾਂ ਦੀ ਕਵਿਤਾ ਨੂੰ ਛੋਟੀ ਦੀ ਸਿਹਾਰੀ ਆਏਗੀ, ਇੱਥੇ ਵੱਡੀ ਪਾਈ ਹੋਈ ਹੈ, ਵਿੱਚ ਕਟਾਕਸ਼, ਵਿਅੰਗ ਅਤੇ ਪਖੰਡ ਖੰਡਨੀ ਸ਼ੈਲੀ ਦਾ ਆਪਣਾ ਹੀ ਨਿਖਾਰ ਹੈ। ਇਸ ਤਰ੍ਹਾਂ ਜੋ ਹੈ ਉਹਨਾਂ ਨੇ ਬੁੱਲੇ ਸ਼ਾਹ ਹੋਰਾਂ ਨੇ ਜਿਹੜੀ ਪੋਇਟਰੀ ਲਿਖੀ, ਜਿਸ ਤਰ੍ਹਾਂ ਦੇ ਵਿਅੰਗ ਕੀਤੇ, ਕਟਾਕਸ਼ ਕੀਤੇ ਆਪਣੀ ਪੋਇਟਰੀ 'ਚ, ਅਤੇ ਪਖੰਡਾਂ ਦਾ ਖੰਡਨ ਕੀਤਾ, ਉਹਦਾ ਆਪਣਾ ਹੀ ਇੱਕ ਵੱਖਰੀ ਪਛਾਣ ਹੈ ਉਸ ਪੋਇਟਰੀ ਦੀ। ਹੁਣ ਬੇਟਾ ਇੱਥੇ ਤੁਹਾਨੂੰ ਇਹ ਵੀ ਦੱਸਦੇ ਹਾਂ ਕਿ ਇਹਦੇ ਤੋਂ ਪਹਿਲਾਂ ਜਿਹੜਾ ਤੁਸੀਂ ਕਿੱਸਾ ਕਾਵਧਾਰਾ ਵਾਲਾ ਕੁਐਸਚਨ ਕੀਤਾ ਹੈ ਨਾ, ਇਹ ਸੂਫੀ ਕਾਵਧਾਰਾ ਵਾਲਾ ਕੁਐਸਚਨ ਹੈ। ਇਹ ਉਹਦੇ ਨਾਲੋਂ ਛੋਟਾ ਵੀ ਹੈਗਾ ਅਤੇ ਸੌਖਾ ਅਤੇ ਖੈਰ ਉਹ ਵੀ ਕੋਈ ਔਖਾ ਨਹੀਂ ਸੀਗਾ, ਸੌਖਾ ਤਾਂ ਹੈਗਾ ਇਹ ਵੀ ਕੁਐਸਚਨ। ਅਲੀ ਹੈਦਰ ਪਹਿਲਾ ਪੋਇਟ ਕਿਹੜਾ ਹੈ? ਸੂਫੀ ਪੋਇਟ ਅਲੀ ਹੈਦਰ। 18ਵੀਂ ਸਦੀ ਦਾ ਪਹਿਲਾ ਸੂਫੀ ਕਵੀ ਅਲੀ ਹੈਦਰ ਹੈ। ਉਸ ਦਾ ਜਨਮ 1690 ਈਸਵੀ ਵਿੱਚ ਮੁਲਤਾਨ ਜ਼ਿਲ੍ਹੇ ਦੇ ਚੌਂਤਰਾ ਨਾਂ ਦੇ ਪਿੰਡ ਵਿੱਚ ਹੋਇਆ। ਅਲੀ ਹੈਦਰ ਫਾਰਸੀ ਦਾ ਵੀ ਵਿਦਵਾਨ ਸੀ, ਪਰ ਉਸਨੇ ਜ਼ਿਆਦਾਤਰ ਪੰਜਾਬੀ ਵਿੱਚ ਹੀ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕੀਤਾ। ਇਸ ਦੇ ਨਾਂ ਨਾਲ ਸੰਬੰਧਿਤ ਹੀਰ ਦੇ ਕਿੱਸੇ ਬਾਰੇ ਕੁਰੈਸ਼ੀ ਦਾ ਮਤ ਹੈ ਕਿ ਉਹ ਗੁਲਾਮ ਕਾਦਰ ਹੈਦਰ ਜਲਾਲਪੁਰੀ ਦੀ ਰਚਨਾ ਹੈ। ਹੁਣ ਬੇਟਾ ਇਹਨਾਂ ਕੁਐਸਚਨ 'ਚ ਤੁਸੀਂ ਮੇਨ ਕਿਹੜੀ ਗੱਲ ਕਰਨੀ ਹੁੰਦੀ ਹੈ ਕਿ ਇਸ ਸਮੇਂ ਦਾ ਪ੍ਰਮੁੱਖ ਪੋਇਟ ਕਿਹੜਾ ਹੈ, ਸੂਫੀ ਪੋਇਟ ਕਿਹੜਾ ਹੈ, ਅਤੇ ਉਹਨੇ ਹੋਰ ਕੀ ਲਿਖਿਆ, ਉਹਨੇ ਕਿਹੜੀਆਂ ਰਚਨਾਵਾਂ ਲਿਖੀਆਂ। ਮਤਲਬ ਕਿ ਦੋ ਗੱਲਾਂ ਯਾਦ ਕਰਨ ਵਾਲੀਆਂ ਹੁੰਦੀਆਂ ਨੇ ਇਹਨਾਂ ਕੁਐਸਚਨਾਂ ਵਿੱਚ
ਤੇ ਹੁਣ ਜਿਵੇਂ ਤੁਸੀਂ ਅਲੀ ਹੈਦਰ ਬਾਰੇ ਥੋੜ੍ਹੀ ਗੱਲ ਕੀਤੀ, ਤੇ ਅਲੀ ਹੈਦਰ ਨੇ ਕਿਹੜੀ ਪੋਇਟਰੀ ਜਾਂ ਕਿਹੜਾ ਹੋਰ ਕੀ ਲਿਖਿਆ ਉਹਨੇ ਸੂਫੀ ਲਿਟਰੇਚਰ ਵਿੱਚ, ਇਹ ਗੱਲ ਦੱਸਣੀ ਹੁੰਦੀ ਹੈ ਤੁਸੀਂ। ਅਲੀ ਹੈਦਰ ਬਾਰੇ ਅਸੀਂ ਗੱਲ ਕਰ ਰਹੇ ਸੀ ਕਿ ਇਸ ਦੀਆਂ ਰਚਨਾਵਾਂ ਦੀ ਇੱਕ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਆਪਣੇ ਰਹੱਸਵਾਦੀ ਅਨੁਭਵ ਨੂੰ ਪ੍ਰਗਟ ਕਰਨ ਲਈ ਇਸ ਨੇ ਥਾਂ ਪਰ ਥਾਂ ਹੀਰ ਰਾਂਝੇ, ਸੱਸੀ ਪੁੰਨੂ, ਮਿਰਜ਼ਾ ਸਾਹਿਬਾ ਆਦਿ ਵੱਲ ਇਸ਼ਾਰੇ ਕਰਕੇ ਆਪਣੇ ਭਾਵ ਪ੍ਰਗਟ ਕੀਤੇ ਨੇ। ਹੁਣ ਬੇਟਾ ਪਿਛਲੇ ਸਮੈਸਟਰ 'ਚ ਤੁਸੀਂ ਬੁੱਲੇ ਸ਼ਾਹ ਦੀ ਪੋਇਟਰੀ ਕੀਤੀ, ਰਾਂਝਾ ਰਾਂਝਾ ਕਰਦੀ ਨੀ ਮੈਂ ਆਪੇ ਰਾਂਝਾ ਹੋਈ, ਸੱਦੋ ਨੀ ਮੈਨੂੰ ਧੀਦੋ ਰਾਂਝਾ ਹੀਰ ਨਾ ਆਖੋ ਕੋਈ। ਦੇਖੋ ਜਿਸ ਤਰ੍ਹਾਂ ਉਹ ਆਪਣੇ ਆਪ ਨੂੰ ਹੀਰ ਅਤੇ ਪਰਮਾਤਮਾ ਨੂੰ ਰਾਂਝਾ ਰੂਪ ਵਿੱਚ ਪੇਸ਼ ਕਰਦਾ ਹੈ ਨਾ, ਉਸੇ ਤਰ੍ਹਾਂ ਬਾਕੀ ਸੂਫੀ ਪੋਇਟ ਵੀ ਇਹੀ ਕਰਦੇ ਨੇ ਕਿ ਹੀਰ ਰਾਂਝੇ ਨੂੰ ਪ੍ਰਤੀਕਾਂ ਵਜੋਂ ਵਰਤਦੇ ਨੇ, ਸੱਸੀ ਪੁੰਨੂ ਨੂੰ, ਮਿਰਜ਼ਾ ਸਾਹਿਬਾਂ ਨੂੰ। ਤੇ ਕਵੀ ਅਲੀ ਹੈਦਰ ਨੇ ਹੋਰ ਕੀ ਕੀਤਾ, ਅਲੀ ਹੈਦਰ ਨੇ ਆਪਣੇ ਆਪ ਨੂੰ ਹੀਰ ਅਤੇ ਪਰਮਾਤਮਾ ਨੂੰ ਰਾਂਝੇ ਦੇ ਰੂਪ ਵਿੱਚ ਵੇਖ ਕੇ ਆਪਣੇ ਬਿਰਹਾ ਨੂੰ ਪ੍ਰਗਟਾਇਆ, ਸੇਮ ਜਿਸ ਤਰ੍ਹਾਂ ਬਾਬਾ ਫਰੀਦ ਨਾ ਬੁੱਲੇ ਸ਼ਾਹ ਕਰਦਾ। ਬੁੱਲੇ ਸ਼ਾਹ ਦੀ ਪੋਇਟਰੀ ਮੈਂ ਪੜ੍ਹ ਕੇ ਸੁਣਾਈ ਜਿਹੜੀ। ਕੀ ਕਹਿੰਦਾ ਅਲੀ ਹੈਦਰ, ਕਹਿੰਦਾ ਦਾਲ ਦਿਲੇ ਦਾ ਮਹਿਰਮ ਰਾਂਝਾ, ਕਿਹਨੂੰ ਮੈਂ ਕੂਕ ਸੁਣਾਵਾਂ ਏ। ਇਸ਼ਕ ਸੂਫੀ ਸਾਧਨਾ ਦਾ ਬੁਨਿਆਦੀ ਤੱਤ ਹੈ। ਹੁਣ ਇਸ਼ਕ ਜਿਹੜਾ ਹੈ ਨਾ, ਉਹ ਸੂਫੀ ਪੋਇਟਰੀ ਦਾ ਬੁਨਿਆਦੀ ਤੱਤ ਹੈ। ਇਸ ਲਈ ਅਲੀ ਹੈਦਰ ਨੇ ਵੀ ਇਸ਼ਕ ਦੇ ਬਹੁਤ ਸੋਲੇ ਗਾਏ ਹਨ। ਇਸ਼ਕ ਕਿਹੜਾ? ਪਰਮਾਤਮਾ ਨਾਲ ਪਿਆਰ ਵਾਲਾ ਇਸ਼ਕ। ਅਗਲਾ ਦੇਖੋ ਸੁਪਰਸਿੱਧ ਪੋਇਟ ਹੈ ਤੁਹਾਡਾ ਇਸ ਸਮੇਂ ਦਾ, ਜਿਵੇਂ ਤੁਹਾਨੂੰ ਸ਼ੁਰੂਆਤ ਵਿੱਚ ਵੀ ਦੱਸਿਆ, ਬੁੱਲੇ ਸ਼ਾਹ। ਹੁਣ ਬੇਟਾ ਬੁੱਲੇ ਸ਼ਾਹ ਦੀ ਜਿਹੜੀ ਤੁਸੀਂ ਜੀਵਨੀ ਪਿਛਲੇ ਸਮੈਸਟਰ 'ਚ ਕੀਤੀ ਹੈਗੀ ਨਾ, ਉਹ ਭਾਵੇਂ ਤੁਸੀਂ ਇੱਥੇ ਐਡ ਕਰ ਸਕਦੇ ਹੋ, ਕਿਉਂਕਿ ਉਹ ਤੁਸੀਂ ਯਾਦ ਵੀ ਕੀਤੀ ਹੋਏਗੀ, ਉਹ ਤੁਸੀਂ ਭਾਵੇਂ ਇੱਥੇ ਐਡ ਕਰ ਲਓ, ਨੋ ਪ੍ਰੋਬਲਮ। ਪਰ ਫਿਰ ਵੀ ਜੋ ਮੇਰੇ ਕੋਲ ਇੱਥੇ ਰਿਟਨ ਵਿੱਚ ਹੈ ਮੈਂ ਉਹਨੂੰ ਇੱਕ ਵਾਰੀ ਰੀਡ ਕਰਕੇ ਸੁਣਾ ਦਿਆਂ। ਪ੍ਰਸਿੱਧ ਸੂਫੀ ਕਵੀ ਸਾਈਂ ਬੁੱਲੇ ਸ਼ਾਹ ਦਾ ਜਨਮ ਪਿੰਡ ਪੰਡੋਕੇ, ਤਹਿਸੀਲ ਕਸੂਰ, ਜ਼ਿਲ੍ਹਾ ਲਾਹੌਰ ਵਿਖੇ 1680 ਈਸਵੀ ਨੂੰ ਸਖੀ ਮੁਹੰਮਦ ਦਰਵੇਸ਼ ਦੇ ਘਰ ਹੋਇਆ। ਇਸ ਦਾ ਅਸਲੀ ਨਾਂ ਅਬਦੁੱਲਾ ਸੀ, ਕਿਉਂਕਿ ਆਪਣੀ 40ਵੀਂ ਗੰਢ ਦੇ ਅਖੀਰ 'ਤੇ ਉਹ ਲਿਖਦਾ ਹੈ, ਪੀਆ ਹੀ ਸਭ ਹੋ ਗਿਆ ਹੈ ਅਬਦੁੱਲਾ ਨਾ ਹੀ। ਬੁੱਲੇ ਸ਼ਾਹ ਦਾ ਬਚਪਨ ਪੰਡੋਕੇ ਹੀ ਬੀਤਿਆ। ਉਸਨੇ ਉਦੋਂ ਰਵਾਇਤ ਅਨੁਸਾਰ ਉਹ ਡੰਗਰ ਚਾਰਦਾ ਹੁੰਦਾ ਸੀ। ਬੁੱਲੇ ਦੇ ਸ਼ਰਧਾਲੂਆਂ ਵਿੱਚ ਉਸ ਵੇਲੇ ਦੀਆਂ ਕਈ ਕਰਾਮਾਤਾਂ ਪ੍ਰਸਿੱਧ ਹਨ ਅਤੇ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਸੱਪ ਦੀ ਛਾਂ, ਮਤਲਬ ਕਿ ਜਿਹੜੇ ਬੁੱਲੇ ਦੇ ਜਿਹੜੇ ਸ਼ਰਧਾਲੂ ਸੀਗੇ ਨਾ, ਜਿਹੜੇ ਬੰਦੇ ਬੁੱਲੇ ਨੂੰ ਮੰਨਦੇ ਸੀ, ਬਹੁਤ ਸਾਰੀਆਂ ਕਰਾਮਾਤਾਂ ਉਹਨਾਂ ਨੇ ਬੁੱਲੇ ਸ਼ਾਹ ਦੇ ਨਾਮ ਨਾਲ ਜੋੜੀਆਂ ਹੋਈਆਂ ਨੇ ਕਿ ਬੁੱਲੇ ਸ਼ਾਹ ਰੱਬ ਨੂੰ ਐਡਾ ਪਿਆਰ ਕਰਦਾ ਸੀ ਕਿ ਕਰਾਮਾਤਾਂ ਜਿਹੜੀਆਂ ਨੇ ਉਹ ਸਹਿਜ ਹੀ ਹੋ ਜਾਂਦੀਆਂ ਸੀਗੀਆਂ ਬੁੱਲੇ ਸ਼ਾਹ ਦੀ ਲਾਈਫ ਵਿੱਚ। ਅਤੇ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਸੱਪ ਦੀ ਛਾਂ ਵਾਲੀ ਸਾਖੀ ਹੈਗੀ ਹੈ ਨਾ, ਲੋਕਾਂ ਨੇ ਉਹ ਸਾਖੀ ਵੀ ਜੋ ਹੈ ਬੁੱਲੇ ਸ਼ਾਹ ਦੇ ਨਾਲ ਜੋੜ ਲਈ। ਮਸਤ ਮੌਲਾ ਹੋ ਕੇ ਬੁੱਲੇ ਸ਼ਾਹ ਜਦੋਂ ਘਰੋਂ ਨਿਕਲਿਆ ਨਾ ਅਤੇ ਆਪਣੇ ਗੁਰੂ ਨੂੰ ਮਿਲਿਆ ਸਭ ਤੋਂ ਪਹਿਲਾਂ, ਅਤੇ ਉਸ ਵੇਲੇ ਉਹਦਾ ਗੁਰੂ ਜੋ ਹੈ ਸ਼ਾਹ ਅਨਾਇਤ ਸ਼ਾਹ ਕਾਦਰੀ ਗੱਠਿਆਂ ਦੀ, ਜਿਹਨੂੰ ਤੁਸੀਂ ਗੱਠੇ ਬੋਲਦੇ ਹੋ, ਪਿਆਜ਼ਾਂ ਦੀ ਪਨੀਰੀ ਲਾ ਰਿਹਾ ਸੀ। ਅਤੇ ਬੁੱਲੇ ਸ਼ਾਹ ਨੇ ਉਹਨੂੰ ਪੁੱਛਿਆ ਕਿ ਰੱਬ ਨੂੰ ਪਾਉਣ ਦਾ ਕੀ ਤਰੀਕਾ ਹੈ, ਕਿ ਤੂੰ ਰੱਬ ਨੂੰ ਪਾਇਆ ਹੋਇਆ, ਰੱਬ ਨੂੰ ਪਾਉਣ ਦਾ ਕੀ ਤਰੀਕਾ ਹੈ। ਅਨਾਇਤ ਸ਼ਾਹ ਕਾਦਰੀ ਨੇ ਬੜੇ ਸੌਖੇ ਲਫ਼ਜ਼ਾਂ ਵਿੱਚ ਕਿਹਾ, ਬੁੱਲਿਆ ਰੱਬ ਦਾ ਕੀ ਪਾਉਣਾ, ਇੱਧਰੋਂ ਪੁੱਟਣਾ ਉੱਧਰ ਲਾਉਣਾ। ਅਨਾਇਤ ਸ਼ਾਹ ਕਾਦਰੀ ਦੇ ਮਰਨ ਪਿੱਛੋਂ ਸਾਈਂ ਬੁੱਲੇ ਸ਼ਾਹ ਉਸ ਦੀ ਗੱਦੀ 'ਤੇ ਬੈਠਾ। 30 ਵਰ੍ਹਿਆਂ ਤੋਂ ਵੱਧ ਉਸ ਗੱਦੀ ਉੱਤੇ ਬੈਠ ਕੇ ਉਸਨੇ ਸੂਫੀ ਵਿਚਾਰਾਂ ਦਾ ਪ੍ਰਚਾਰ ਕੀਤਾ ਅਤੇ ਬਹੁਤ ਸਾਰੇ ਲੋਕਾਂ ਨੂੰ ਸੂਫੀ ਸਾਧਨਾ ਵੱਲ ਪ੍ਰੇਰਿਆ। ਫਰੀਦ ਅਤੇ ਸ਼ਾਹ ਹੁਸੈਨ ਤੋਂ ਬਾਅਦ ਬੁੱਲੇ ਸ਼ਾਹ ਨੂੰ ਹੀ ਪੰਜਾਬ ਦੇ ਸੂਫੀਆਂ ਵਿੱਚ ਮਹੱਤਵਪੂਰਨ ਸਥਾਨ ਪ੍ਰਾਪਤ ਹੈ। ਮਤਲਬ ਕਿ ਸੁਪ੍ਰਸਿੱਧ ਜਿਹਨੂੰ ਕਹੀਏ ਨਾ, ਉਹ ਰਾਈਟਰ ਹੈ ਬੁੱਲੇ ਸ਼ਾਹ, ਬਾਬਾ ਫਰੀਦ ਅਤੇ ਸ਼ਾਹ ਹੁਸੈਨ ਤੋਂ ਬਾਅਦ। ਇਸ ਨੂੰ ਆਪਣੇ ਮੁਰਸ਼ਦ ਨਾਲ ਬਹੁਤ ਪਿਆਰ ਸੀ। ਅਨਾਇਤ ਸ਼ਾਹ ਕਾਦਰੀ ਸੀਗਾ ਇਹਦੇ ਮੁਰਸ਼ਦ ਦਾ ਨਾਮ, ਅਤੇ ਸ਼ੋਰਟ ਕੁਐਸਚਨ ਵਿੱਚ ਆ ਵੀ ਜਾਂਦਾ ਤੁਹਾਨੂੰ। ਅਤੇ ਬੁੱਲੇ ਸ਼ਾਹ ਨੇ ਕੁੱਲ 156 ਕਾਫੀਆਂ ਕਿੰਨੀਆਂ ਲਿਖੀਆਂ, ਇਹ ਵੀ ਸ਼ੋਰਟ ਕੁਐਸਚਨ ਵਿੱਚ ਆ ਜਾਂਦਾ। ਅਤੇ 3 ਸ਼ਿਹਰਫੀਆਂ, 40 ਗੰਢਾਂ ਅਤੇ 49 ਦੋਹੜੇ, ਇੱਕ 12 ਮਾਹ ਅਤੇ ਇੱਕ 18 ਲਿਖਿਆ। ਹੁਣ ਕਿਉਂਕਿ ਇਹ ਤਾਂ ਤੁਸੀਂ ਦੱਸਣਾ ਹੁੰਦਾ ਨਾ ਬਹੁਤ ਜ਼ਰੂਰੀ ਕਿ ਇਸ ਸਮੇਂ ਦੇ ਸੂਫੀ ਪੋਇਟ, ਜਿਵੇਂ ਬਾਬਾ, ਪਹਿਲਾਂ ਅਸੀਂ ਅਲੀ ਹੈਦਰ ਦੀ ਗੱਲ ਕੀਤੀ, ਹੁਣ ਬਾਬਾ ਬੁੱਲੇ ਸ਼ਾਹ ਦੀ ਕਰ ਰਹੇ ਹਾਂ ਕਿ ਇਹਨੇ ਕੀ ਲਿਖਿਆ। ਸਭ ਤੋਂ ਜ਼ਿਆਦਾ ਕਾਫੀਆਂ ਪ੍ਰਸਿੱਧ ਹਨ। ਸੂਫੀ ਸਾਧਕ ਦੀ ਸਭ ਤੋਂ ਵੱਡੀ ਅਤੇ ਤੀਬਰ ਭਾਵਨਾ ਪ੍ਰੇਮ ਹੁੰਦੀ ਹੈ। ਜਿਵੇਂ ਅਸੀਂ ਪਿੱਛੇ ਗੱਲ ਕਰ ਲਈ ਕਿ ਸਭ ਤੋਂ ਤੀਬਰ ਭਾਵਨਾ ਜਿਹੜੀ ਹੈ ਸੂਫੀ ਪੋਇਟ ਦੀ ਇਸ਼ਕ ਹੁੰਦੀ ਹੈ, ਇਸ਼ਕ ਜਾਂ ਪ੍ਰੇਮ। ਅਸਲੋਂ ਇਸ਼ਕ ਲੱਗਣ ਨਾਲ ਬੁੱਲੇ ਦਾ ਸਾਰਾ ਸਰੂਪ ਹੀ ਬਦਲ ਗਿਆ। ਜਦੋਂ ਬੁੱਲੇ ਸ਼ਾਹ ਨੂੰ ਰੱਬ ਦਾ ਪਿਆਰ ਪੈ ਗਿਆ ਨਾ, ਉਹਦਾ ਸਾਰਾ ਆਪਣਾ ਸਰੂਪ ਬਦਲ ਗਿਆ। ਕੀ ਕਹਿੰਦਾ ਬੁੱਲੇ ਸ਼ਾਹ? ਕਹਿੰਦਾ, ਜਾਂ ਮੈਂ ਸਬਕ ਇਸ਼ਕ ਦਾ ਪੜ੍ਹਿਆ, ਮਸਜਿਦ ਕੋਲੋਂ ਜਿਉੜਾ ਡਰਿਆ, ਜਾਂ ਮੈਂ ਰਮਜ ਇਸ਼ਕ ਦੀ ਪਾਈ, ਮੈਂ ਨਾ ਤੂਤੀ ਸਭ ਗਵਾਈ। ਅੱਗੇ ਕੀ ਲਿਖਦਾ ਬੁੱਲੇ ਸ਼ਾਹ? ਕਹਿੰਦਾ, ਅੰਦਰ ਬਾਹਰ ਹੋਈ ਸਫਾਈ, ਜਿਤ ਵੱਲ ਦੇਖਾਂ ਯਾਰੋ ਯਾਰ, ਇਸ਼ਕ ਦੀ ਨਵੀਓ
ਨਵੀਂ ਬਹਾਰ। ਤੁਹਾਨੂੰ ਯਾਦ ਹੋਏਗਾ ਇਹ ਪੋਇਟਰੀ ਅਸੀਂ ਜੋ ਹੈ ਵਿਆਖਿਆ ਕੀਤੀ ਸੀਗੀ ਅਸੀਂ ਇਸ ਪੋਇਟਰੀ ਦੀ ਵੀ। ਅਤੇ ਹੁਣ ਅੱਗੇ ਵੇਖ ਲਈਏ। ਬੁੱਲਾ ਸੈਯਦ ਸੀ ਅਤੇ ਉਹਦਾ ਮੁਰਸ਼ਦ ਜੋ ਹੈ ਅਰਾਈ ਜਾਤ ਨਾਲ ਸੰਬੰਧਿਤ ਸੀ। ਹੁਣ ਬੁੱਲੇ ਸ਼ਾਹ ਦੀ ਜਿਹੜੀ ਜਾਤ ਸੀਗੀ ਨਾ, ਜਿਹੜੀ ਗੋਤ ਜਿਹਨੂੰ ਕਹੀਏ, ਸੈਯਦ ਉੱਚਾ ਘਰਾਣਾ ਮੰਨਿਆ ਜਾਂਦਾ ਸੀਗਾ, ਬਹੁਤ ਉੱਚਾ ਘਰਾਣਾ। ਅਤੇ ਉਹਦਾ ਜਿਹੜਾ ਗੁਰੂ ਸੀ ਨਾ, ਕੀ ਨਾਂ ਸੀ ਉਹਦਾ, ਅਨਾਇਤ ਸ਼ਾਹ ਕਾਦਰੀ, ਉਹ ਅਰਾਈ ਸੀਗਾ। ਕੀ ਸੀਗਾ? ਅਰਾਈ। ਅਤੇ ਬੁੱਲੇ ਸ਼ਾਹ ਜੋ ਹੈ ਆਪਣੇ ਆਪ ਨੂੰ ਕਦੇ ਵੀ ਆਪਣੀ ਜਾਤ ਨੂੰ ਉੱਚਾ ਨਹੀਂ ਮੰਨਦਾ। ਉਹ ਕਹਿੰਦਾ ਜਿਹੜਾ ਸਾਨੂੰ ਸੈਯਦ ਆਖੇ ਦੋਜਗ ਮਿਲਣ ਸਜਾਈਆਂ, ਮਤਲਬ ਕਿ ਮੈਨੂੰ ਕੋਈ ਸੈਯਦ ਨਾ ਆਖੋ, ਮੈਂ ਤਾਂ ਅਰਾਈ ਹੈਗਾ ਆਪਣੇ ਗੁਰੂ ਦੀ ਤਰ੍ਹਾਂ, ਮਤਲਬ ਕਿ ਆਪਣੇ ਗੁਰੂ ਤੋਂ ਉੱਚਾ ਨਹੀਂ ਉਹ ਆਪਣੇ ਆਪ ਨੂੰ ਮੰਨਦਾ। ਸਮੁੱਚੇ ਤੌਰ 'ਤੇ ਬੁੱਲੇ ਸ਼ਾਹ ਨੇ ਆਪਣੀ ਕਵਿਤਾ ਵਿੱਚ ਇਹ ਵਿਚਾਰ ਪ੍ਰਗਟ ਕੀਤੇ ਹਨ ਕਿ ਰੱਬ ਸਾਡੇ ਅੰਦਰ ਵਸਦਾ ਹੈ। ਕਿੱਥੇ ਵਸਦਾ ਹੈ? ਅੰਦਰ ਵਸਦਾ ਹੈ। ਇਸ ਲਈ ਉਸ ਦੀ ਪ੍ਰਾਪਤੀ ਲਈ ਅੰਤਰਮੁਖੀ ਯਤਨ ਹੋਣਾ ਚਾਹੀਦਾ ਹੈ। ਬੁੱਲੇ ਸ਼ਾਹ ਦੀ ਕਵਿਤਾ ਲੋਕ ਕਾਵਿ ਦੇ ਬਹੁਤ ਨੇੜੇ ਹੈ ਅਤੇ ਇਹੀ ਕਾਰਨ ਹੈ ਕਿ ਬਾਕੀਆਂ ਨਾਲੋਂ ਬੁੱਲੇ ਸ਼ਾਹ ਦੀ ਰਚਨਾ ਜ਼ਿਆਦਾ ਹਰਮਨ ਪਿਆਰੀ ਬਣ ਸਕਣ ਵਿੱਚ ਕਾਮਯਾਬ ਹੋਈ ਹੈ। ਆਮ ਲੋਕਾਂ ਦੇ ਜੀਵਨ ਦੇ ਬਹੁਤ ਨੇੜੇ ਹੈ। ਜਿਹੜਾ ਉਹਨੇ ਆਪਣੀ ਪੋਇਟਰੀ ਦਾ ਸਰੂਪ ਲਿਆ ਹੈ ਉਹ ਆਮ ਲੋਕਾਂ ਦੇ ਜੀਵਨ ਵਿੱਚੋਂ ਹੀ ਉਹਨੇ ਲਿਆ ਹੈ। ਹੁਣ ਅਗਲਾ ਇਸ ਵੇਲੇ ਦਾ ਪੋਇਟ ਹੈ, 18ਵੀਂ ਸਦੀ ਦਾ ਪ੍ਰਮੁੱਖ ਪੋਇਟ ਹੈ, ਉਹਦਾ ਨਾਮ ਹੈ ਸੈਯਦ ਗੁਲਾਮ ਕਾਦਰ ਸ਼ਾਹ। ਕੀ ਨਾਮ ਹੈ? ਸੈਯਦ ਗੁਲਾਮ ਕਾਦਰ ਸ਼ਾਹ। ਹੁਣ ਇਹ ਕੋਈ ਬਹੁਤਾ ਪ੍ਰਸਿੱਧ ਪੋਇਟ ਨਹੀਂ ਹੈ, ਪਰ ਫਿਰ ਵੀ ਅਸੀਂ ਕਿਉਂਕਿ ਸਾਰਿਆਂ ਦੀ ਗੱਲ ਕਰਨੀ ਹੁੰਦੀ ਹੈ। ਇਹ ਸੂਫੀ ਕਵੀ ਦਾ ਜਨਮ ਬਟਾਲਾ ਸ਼ਹਿਰ ਵਿਖੇ 1707 ਵਿੱਚ ਸੈਯਦ ਮੁਹੰਮਦ ਫਾਜ਼ਿਲ ਸ਼ਾਹ ਦੇ ਘਰ ਹੋਇਆ। ਇਹ ਸੂਫੀ ਕਵੀ ਦੀਆਂ ਰਚਨਾਵਾਂ ਮਸਨਵੀ, ਰਮਜ਼ੂਲ, ਇਸ਼ਕ, ਸ਼ਿਹਰਫੀ, ਗਜ਼ਲਾਂ ਅਤੇ ਸਾਂਝਾਂ ਨੂੰ ਜਵਾਹਰ ਤਸਵੁਫ ਦੇ ਨਾਂ ਅਧੀਨ ਪ੍ਰਕਾਸ਼ਿਤ ਕੀਤਾ ਗਿਆ। ਇਸ ਦੀ ਬੋਲੀ ਕੇਂਦਰੀ ਪੰਜਾਬੀ ਹੈ, ਪਰ ਅਰਬੀ ਫਾਰਸੀ ਦੇ ਪ੍ਰਭਾਵ ਤੋਂ ਇਹ ਜੋ ਹੈ ਇਹ ਮੁਕਤ ਨਹੀਂ ਹੈ। ਮਤਲਬ ਕਿ ਇਹ ਕੋਈ ਬਹੁਤਾ ਪ੍ਰਸਿੱਧ ਪੋਇਟ ਨਹੀਂ ਹੈ, ਪਰ ਤੁਸੀਂ ਦੇਣਾ ਤਾਂ ਹੈ ਵਿਚਕਾਰ, ਕਿਉਂਕਿ ਸਾਰੇ ਪੋਇਟ ਦੇਣੇ ਹੁੰਦੇ ਨੇ। ਅਗਲਾ ਪੋਇਟ ਹੈ ਫਰਦ ਫਕੀਰ। ਇਹ ਠੀਕ ਹੈ, ਇਹ ਬਹੁਤ ਜ਼ਿਆਦਾ ਪ੍ਰਸਿੱਧ ਵੀ ਨਹੀਂ ਅਤੇ ਬਹੁਤ ਜ਼ਿਆਦਾ ਪਿੱਛੇ ਵੀ ਨਹੀਂ। ਫਰਦ ਫਕੀਰ 1720 ਈਸਵੀ ਵਿੱਚ ਫਰਦ ਫਕੀਰ ਦਾ ਜਨਮ ਜੋ ਹੈ ਗੁਜਰਾਤ ਵਿੱਚ ਹੋਇਆ। ਫਰਦ ਫਕੀਰ ਦੇ ਜੀਵਨ ਬਾਰੇ ਕੋਈ ਬਹੁਤੀ ਵਾਕਫੀ ਹੁੰਦਾ ਕੁਛ ਜ਼ਿਆਦਾ ਪਤਾ ਨਹੀਂ ਲੱਗਦਾ। ਸ਼ਾਹ ਹੁਸੈਨ ਅਤੇ ਬੁੱਲੇ ਸ਼ਾਹ ਵਾਲੀ ਮਸਤੀ ਅਤੇ ਉਦਾਰਤਾ ਇਸ ਦੇ ਹਿੱਸੇ ਨਹੀਂ ਆਈ। ਅਰਬੀ ਫਾਰਸੀ ਪੜ੍ਹਾਉਣਾ ਆਪਣਾ ਸ਼ੁਗਲ ਬਣਾਇਆ ਹੋਇਆ ਸੀ, ਮਤਲਬ ਕਿ ਉਹ ਦੂਜੇ ਬੱਚਿਆਂ ਨੂੰ ਅਰਬੀ ਫਾਰਸੀ ਪੜ੍ਹਾਉਂਦਾ ਸੀ। ਇਸ ਦੀਆਂ ਕਈ ਰਚਨਾਵਾਂ ਮਿਲਦੀਆਂ ਹਨ, ਜਿਨ੍ਹਾਂ ਵਿੱਚ ਰੋਸ਼ਨ ਦਿਲ, ਕਸਬਨਾਮਾ, ਬਾਫਿਦਗਾਂ, ਬਾਰਾਂਮਾਹਾ, ਸ਼ਿਹਰਫੀ ਆਦਿ ਵਿਸ਼ੇਸ਼ ਪ੍ਰਸਿੱਧ ਰਚਨਾਵਾਂ ਹਨ। ਰੋਸ਼ਨ ਦਿਲ ਨਾਂ ਦੀ ਪੁਸਤਕ ਵਿੱਚ ਮੁਸਲਮਾਨਾਂ ਦੀ ਰਹਿਤ ਮਰਿਆਦਾ ਦਾ ਜਿਹੜਾ ਵਰਣਨ ਹੈ ਉਹ ਇਹਨੇ ਕੀਤਾ ਹੈ ਕਿ ਮੁਸਲਮਾਨਾਂ ਨੂੰ ਜੋ ਹੈ ਹੱਜ, ਰੋਜ਼ੇ, ਨਮਾਜ਼ ਰੱਖਣੇ ਚਾਹੀਦੇ ਨੇ। ਇਹ ਗੱਲ ਜੋ ਹੈ ਇਹਨੇ ਕੀਤੀ ਹੈ। ਅੱਗੇ ਵੇਖ ਲਈਏ। ਫਰਦ ਫਕੀਰ ਨੇ ਆਪਣੀ ਸ਼ਿਹਰਫੀ ਵਿੱਚ ਧਾਰਮਿਕ ਕਰਮਕਾਂਡਾਂ ਅਤੇ ਪਖੰਡਾਂ ਦੀ ਬੜੀ ਸਖਤੀ ਨਾਲ ਆਲੋਚਨਾ ਕੀਤੀ। ਮਤਲਬ ਕਿ ਜਿਹੜੇ ਧਰਮ ਦੇ ਨਾਂ 'ਤੇ ਪਖੰਡ ਕੀਤੇ ਜਾਂਦੇ ਨੇ ਉਹਨਾਂ ਦੀ ਵਿਰੋਧਤਾ ਕਰਦਾ ਹੈ ਫਰਦ ਫਕੀਰ। ਕੱਟੜ ਮੁਸਲਮਾਨ ਹੋਣ ਦੇ ਬਾਵਜੂਦ ਵੀ ਕਵੀ ਇੱਕ ਸੂਫੀ ਦਰਵੇਸ਼ ਹੈ। ਕਵੀ ਨੇ ਇੱਕ ਬਾਰਾਂਮਾਹਾ ਵੀ ਲਿਖਿਆ। ਫਰਦ ਫਕੀਰ ਦੀ ਬੋਲੀ ਸਰਲ ਅਤੇ ਸਧਾਰਨ ਪੰਜਾਬੀ ਹੁੰਦੀ ਹੋਈ ਵੀ ਅਰਬੀ ਫਾਰਸੀ ਦੀ ਸ਼ਬਦਾਵਲੀ ਤੋਂ ਕਾਫੀ ਪ੍ਰਭਾਵਿਤ ਹੈ। ਵਿਦਰੋਹੀ ਰੁਚੀਆਂ ਦੀ ਝਲਕ ਵੀ ਇਹਦੇ 'ਚ ਪੈਂਦੀ ਹੈ। ਹੁਣ ਬੇਟਾ ਤੁਸੀਂ ਦੇਖ ਲਓ ਕਿ ਜਿਹੜਾ ਵੀ ਪੋਇਟ ਜੋ ਹੈ ਵਿਦਰੋਹੀ ਰੁਚੀਆਂ ਵਾਲਾ ਹੋਏਗਾ ਨਾ ਉਹੀ ਜ਼ਿਆਦਾ ਪ੍ਰਸਿੱਧ ਹੁੰਦਾ ਹੈ। ਹੁਣ ਵਿਦਰੋਹੀ ਰੁਚੀ ਜੋ ਹੈ ਬੁੱਲੇ ਸ਼ਾਹ 'ਚ ਵੇਖਣ ਨੂੰ ਮਿਲਦੀ ਹੈ। ਬੁੱਲੇ ਸ਼ਾਹ ਜੋ ਹੈ ਜ਼ਿਆਦਾ ਪ੍ਰਸਿੱਧ ਹੈਗਾ, ਠੀਕ ਹੈ ਨਾ। ਜਿਹੜਾ ਬੰਦਾ ਸਮਾਜ ਤੋਂ ਥੋੜ੍ਹਾ ਹਟ ਕੇ ਚੱਲਦਾ ਹੈ ਨਾ ਉਸੇ ਨੂੰ ਜੋ ਹੈ ਦੁਨੀਆ ਜਾਣਦੀ ਹੈ। ਇਸ ਲਈ ਭੇਡ ਚਾਲ ਵਿੱਚ ਕੁਛ ਨਹੀਂ ਰੱਖਿਆ ਹੁੰਦਾ, ਆਪਣੇ ਆਪ ਨੂੰ ਦੂਜਿਆਂ ਤੋਂ ਥੋੜ੍ਹਾ ਵੱਖਰਾ ਕਰਕੇ ਚੱਲਣਾ ਚਾਹੀਦਾ ਸਾਨੂੰ। ਅੱਛਾ ਜੀ, ਅਗਲਾ ਪੋਇਟ ਹੈ 5ਵੇਂ ਨੰਬਰ ਦਾ ਪੋਇਟ ਹੈ ਵਜੀਦ। ਵਜੀਦ ਦੇ ਤੁਸੀਂ ਐਸੇ ਬਾਰ ਤੁਹਾਨੂੰ ਜੋ ਹੈ ਤੁਸੀਂ ਸ਼ਲੋਕ ਪੜ੍ਹੇ ਨੇ ਵਜੀਦ ਦੇ ਕਈ ਹੋਰ ਨਾਂ ਵੀ ਪ੍ਰਚਲਿਤ ਹਨ, ਜਿਵੇਂ ਵਜੀਦ, ਬਾਜੀਦ, ਵਜਿੰਦ ਆਦਿ, ਪਰੰਤੂ ਆਧੁਨਿਕ ਪ੍ਰਚਲਿਤ ਨਾਮ ਵਜੀਦ ਹੀ ਹੈ। ਵਜੀਦ ਦਾ ਜਨਮ 1718 ਈਸਵੀ ਵਿੱਚ ਕਾਬਲ ਵਿਖੇ ਇੱਕ ਪਠਾਨ ਘਰਾਣੇ ਵਿੱਚ ਹੋਇਆ। ਉਹ ਸੰਤ ਦਾਦੂ ਦਿਆਲ ਦੇ ਸੰਪਰਕ ਵਿੱਚ ਆਇਆ। ਹੁਣ ਬੇਟਾ ਜਿਹੜਾ ਵਜੀਦ ਹੈ ਨਾ, ਵਜੀਦ ਦੀ ਤੁਹਾਨੂੰ ਐਤਕੀ ਵੀ ਮੈਂ ਤੁਹਾਨੂੰ ਪੋਇਟਰੀ, ਕਿਉਂਕਿ ਐਤਕੀ ਹੋਈ ਕਰਾਈ ਹੈ ਤੁਹਾਡੇ ਚੌਥੇ ਸਮੈਸਟਰ ਵਿੱਚ ਹੀ ਹੈ ਉਹਦੀ ਪੋਇਟਰੀ, ਅਤੇ ਉੱਥੇ ਮੈਂ ਤੁਹਾਨੂੰ ਇਹਦੀ ਵਜੀਦ ਦੀ ਜੀਵਨੀ ਵੀ ਕਰਾਈ ਹੈ। ਹੁਣ ਤੁਹਾਡੀ ਮਰਜ਼ੀ ਹੈ, ਤੁਸੀਂ ਉਸ ਜੀਵਨੀ ਨੂੰ ਵੀ ਇੱਥੇ ਐਡ ਕਰ ਸਕਦੇ ਹੋ। ਭਾਵੇਂ ਜਿਹੜਾ ਮੈਂ ਹੁਣ ਮੈਟਰ ਪੜ੍ਹ ਰਹੀ ਹਾਂ ਇਹ ਨਾ ਲਿਖੋ, ਤੁਸੀਂ ਜੇਕਰ ਉਹ ਜੀਵਨੀ ਨੂੰ ਐਡ ਕਰਨਾ ਚਾਹੁੰਦੇ ਹੋ ਤਾਂ ਉਹਨੂੰ ਐਡ ਕਰ ਸਕਦੇ ਹੋ। ਅਤੇ ਪਿਆਰਾ ਸਿੰਘ ਪਦਮ ਅਨੁਸਾਰ ਵਜੀਦ ਦੀ ਪੰਜਾਬੀ ਰਚਨਾ ਦਾ ਵੇਰਵਾ ਇਸ ਪ੍ਰਕਾਰ ਹੈ। ਉਹਨੇ ਕੀ ਲਿਖਿਆ ਹੈ? ਸ਼ਬਦ 2,
ਦੁਤੀਏ 33, ਮਾਝ 1 ਤੇ ਸ਼ਲੋਕ 40 ਤੇ ਦੋਹਰਾ 1। ਵਜੀਦ ਨੇ ਪੰਜਾਬੀ ਵਿੱਚ ਬਹੁਤੀ ਰਚਨਾ ਨਹੀਂ ਕੀਤੀ, ਪਰੰਤੂ 18ਵੀਂ ਸਦੀ ਦੇ ਸੂਫੀ ਸੰਤ ਕਵੀਆਂ ਵਿੱਚ ਉਸ ਦਾ ਨਾਂ ਜੋ ਹੈ ਬੜੇ ਸਤਿਕਾਰ ਨਾਲ ਲਿਆ ਜਾਂਦਾ ਹੈ। ਇਸ ਦਾ ਕਾਰਨ ਉਸ ਦੀ ਰਚਨਾ ਦਾ ਕਟਾਕਸ਼ ਭਰਿਆ ਅੰਦਾਜ਼ ਹੈ। ਜਿਵੇਂ ਜਿਹੜੀ ਉਹ ਪੋਇਟਰੀ ਕਰਾਈ ਹੈ ਨਾ ਮੈਂ ਤੁਹਾਨੂੰ, ਵਜੀਦਾ ਕੌਣ ਸਾਹਿਬ ਨੂੰ ਆਖੇ ਇੰਜ ਨਾ ਇੰਜ ਕਰ, ਉਹ ਪੋਇਟਰੀ ਜੋ ਹੈ ਵਜੀਦ ਦੀ ਹੈ, ਕਟਾਕਸ਼ ਭਰਿਆ ਵਿਅੰਗ ਹੈ। ਉਸ ਦੀਆਂ ਕਾਵ ਯੁਕਤੀਆਂ ਸਰਲ, ਸਪਸ਼ਟ ਅਤੇ ਕਾਟਵੀਂ ਤਿੱਖਣਤਾ ਰੱਖਦੀਆਂ ਹਨ, ਜਿਹੜੀਆਂ ਕਥਨੀ ਤੇ ਕਰਨੀ, ਅਮੀਰ ਤੇ ਗਰੀਬ, ਪ੍ਰਾਪਤੀ ਤੇ ਲਾਲਸਾ, ਖੜ ਤੇ ਬਹੁਲਤਾ ਵਰਗੇ ਵਿਰੋਧੀ ਜੁੱਟਾਂ ਦੇ ਤਣਾਅ ਵਿੱਚੋਂ ਮਨ ਇੱਛਤ ਉਪਦੇਸ਼ ਜਾਂ ਸੇਧ ਉੱਤੇ ਧਿਆਨ ਕੇਂਦਰਿਤ ਕਰਵਾਉਂਦੀਆਂ ਹਨ। ਵਜੀਦ ਦੀ ਕਵਿਤਾ ਵਿੱਚ ਮੱਧਕਾਲੀ ਯੁੱਗ ਦੇ ਸਧਾਰਨ ਉਪਦੇਸ਼, ਸਾਧ ਸੰਗਤ, ਬੰਦਗੀ, ਭਜਨ, ਨੇਕ ਅਮਲ, ਰੱਬੀ ਹੁਕਮ, ਸੁਭਾਅ ਦੀ ਅਬਦਲਤਾ ਤੇ ਦੁਨੀਆ ਦੀ ਨਾਸ਼ਮਾਨਤਾ ਆਦਿ ਨੂੰ ਪੇਸ਼ ਕੀਤਾ ਗਿਆ। ਇਹ ਸਾਰੇ ਵਿਸ਼ੇ ਨੇ ਵਜੀਦ ਦੀ ਪੋਇਟਰੀ ਦੇ। ਜਦੋਂ ਤੁਸੀਂ ਇਹਦੇ ਸ਼ਲੋਕ ਜੇਕਰ ਤੇ ਸੁਣ ਲਏ ਤੇ ਠੀਕ ਹੈ, ਜੇਕਰ ਨਹੀਂ ਸੁਣੇ ਤੇ ਜਦੋਂ ਤੁਸੀਂ ਸੁਣੋਗੇ ਉਸ ਵੇਲੇ ਦੇਖਣਾ ਕਿ ਵਜੀਦ ਜਿਹੜਾ ਹੈ ਕਿਹੜੇ ਕਿਹੜੇ ਵਿਸ਼ਿਆਂ ਨੂੰ ਲੈ ਕੇ ਪੋਇਟਰੀ ਉਹਨੇ ਲਿਖੀ। ਸਾਧ ਸੰਗਤ ਨੂੰ ਲੈ ਕੇ, ਬੰਦਗੀ, ਭਜਨ ਕਰਨਾ ਚਾਹੀਦਾ ਹੈ ਸਾਨੂੰ, ਸਾਡੀ ਨੈਤਿਕਤਾ ਹੋਣੀ ਚਾਹੀਦੀ ਹੈ ਸਾਡੇ ਅੰਦਰ, ਰੱਬ ਦੇ ਹੁਕਮ ਦੇ ਸੰਬੰਧੀ ਉਹ ਆਪਣੇ ਸ਼ਲੋਕਾਂ ਵਿੱਚ ਗੱਲ ਕਰਦਾ ਹੈ, ਅਤੇ ਸਾਡਾ ਸੁਭਾਅ ਜੋ ਹੈ ਉਹ ਚੇਂਜ ਨਹੀਂ ਹੁੰਦਾ। ਇਹਨਾਂ ਗੱਲਾਂ ਨੂੰ ਲੈ ਕੇ ਜੋ ਹੈ ਕੀ ਨਾਮ ਹੈ ਇਹਦਾ, ਵਜੀਦ ਪੋਇਟਰੀ ਲਿਖਦਾ ਹੈ। ਇਸ ਤਰ੍ਹਾਂ ਉਹ ਹਿੰਦੂਆਂ ਮੁਸਲਮਾਨਾਂ ਵਿੱਚ ਹਰਮਨ ਪਿਆਰਾ ਕਵੀ ਸੀ। ਭਾਸ਼ਾ ਉਹਦੀ ਬੜੀ ਸਰਲ ਸੀਗੀ। ਹੁਣ ਇਹਦਾ 18ਵੀਂ ਸਦੀ ਦਾ ਜਿਹੜਾ ਲਾਸਟ ਪੋਇਟ ਹੈ ਨਾ, ਸੂਫੀ ਪੋਇਟ, ਉਹਦਾ ਨਾਮ ਹੈ 6ਵਾਂ ਪੋਇਟ ਹੈ ਗੁਲਾਮ ਜਿਲਾਨੀ ਰੋਹਤਕੀ। ਇਹ ਚਿਸ਼ਤੀ ਕਾਦਰੀ ਸੰਪਰਦਾਇ ਦਾ ਸੂਫੀ ਸੀ। ਚਿਸ਼ਤੀ ਸੰਪਰਦਾਇ ਨਾ ਬਾਬਾ ਫਰੀਦ ਦਾ ਵੀ ਹੈ ਬੇਟਾ, ਇਹ ਉਸ ਸੰਪਰਦਾਇ ਦਾ ਸੂਫੀ ਸੀ। ਇਸ ਦਾ ਜਨਮ 1749 ਈਸਵੀ ਵਿੱਚ ਸੈਯਦ ਬਦਰਦੀਨ ਚਿਸ਼ਤੀ ਕਾਦਰੀ ਦੇ ਘਰ ਹੋਇਆ। ਇਸ ਦੀ ਮ੍ਰਿਤਿੂ 1819 ਈਸਵੀ ਵਿੱਚ ਹੋਈ ਅਤੇ ਇਸ ਦੇ ਬਚਪਨ ਦਾ ਨਾਮ ਕੁਤਬਦੀਨ ਸੀ, ਪਰ ਇਸ ਦੀ ਰੁਚੀ ਜੋ ਹੈ ਉਹ ਬੰਦਗੀ ਵੱਲ ਸੀ। ਇਸ ਦੀਆਂ ਰਚਨਾਵਾਂ ਵਿੱਚੋਂ ਪ੍ਰਮੁੱਖਤਾ ਚੌਪਾਈਆਂ ਜਾਂ ਚੁਬਰਗਿਆਂ ਦੀ ਹੈ। ਜਾਂ ਇਹਨੇ ਚੌਪਾਈਆਂ ਲਿਖੀਆਂ ਜਾਂ ਇਹਨੇ ਚੁਬਰਗੇ ਲਿਖੇ। ਬੋਲੀ ਉੱਤੇ ਵੀ ਜੋ ਹੈ ਹਿੰਦਵੀ ਦੀ ਰੰਗਤ ਕਾਫੀ ਉਗੜ ਕੇ ਆਈ ਹੈ। ਹਿੰਦੀ ਬੋਲੀ ਸ਼ੈਲੀ ਵੀ ਬੈਰਾਗਮਈ ਸੰਤ ਕਾਵ ਵਾਲੀ ਹੈ। ਜਿਵੇਂ ਕਿਵੇਂ ਲਿਖਦਾ ਹੈ, ਇਸ ਜਗ ਆਏ ਗੁੰਦਾਏ ਕੇਸ, ਭੁੱਲ ਗਏ ਸਭ ਕਰ ਅਰਦੇਸ। ਕੁਝ ਹੋਰ ਸੂਫੀ ਕਵੀ ਵੀ ਹਨ ਜਿਨ੍ਹਾਂ ਦਾ ਨਾਂ ਮਾਤਰ ਜ਼ਿਕਰ ਇੱਥੇ ਕਰ ਦੇਣਾ ਹੀ ਕਾਫੀ ਹੈ। ਮਤਲਬ ਕਿ ਇਸ ਸਮੇਂ ਜੋ ਹੈ ਇਹ ਜਿਹੜਾ 150 ਸਾਲਾਂ ਦਾ ਸਮਾਂ ਹੈ, ਇਸ ਵੇਲੇ ਕੁਝ ਹੋਰ ਸੂਫੀ ਪੋਇਟ ਵੀ ਨੇ, ਕਿਉਂਕਿ ਅਸੀਂ ਜੇਕਰ ਉਹਨਾਂ ਦੀ ਵੀ ਕਿ ਉਹਨਾਂ ਨੇ ਕਿਹੜੀ ਰਚਨਾ ਲਿਖੀ ਜੇਕਰ ਤੇ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਲਿਖ ਵੀ ਸਕਦੇ ਹੋ ਕਿ ਇਹਨੇ ਕਿਹੜੀ ਰਚਨਾ ਕੀਤੀ, ਕਿਹੜੀ ਕੀਤੀ, ਪਰ ਜੋ ਹੈ ਇੱਥੇ ਨਾਮ ਦੇ ਕੇ, ਕਿਉਂਕਿ ਉਹ ਬਹੁਤੇ ਪ੍ਰਸਿੱਧ ਨਹੀਂ ਹਨ, ਉਹਨਾਂ ਦੇ ਨਾਮ ਦੇ ਕੇ ਵੀ ਕੰਮ ਚੱਲ ਜਾਂਦਾ ਹੈ। ਹੋਰ ਕਿਹੜੇ ਨੇ ਇਸ ਵੇਲੇ ਦੇ ਸੁਪ੍ਰਸਿੱਧ ਪੋਇਟ? ਸਚਲ, ਹਬੀਬ, ਸ਼ਾਹ ਮੁਰਾਦ, ਜਾਨਾ ਬਖਸ਼, ਮਿਸ਼ਕੀ, ਰਸੀਦ ਆਦਿ। ਇਹਨਾਂ ਦੇ ਕਲਾਮ ਵਿੱਚ ਸੂਫੀ ਰੰਗ ਮੌਜੂਦ ਹੈ ਅਤੇ ਇਹਨਾਂ ਨੇ ਆਪਣੀ ਭਾਵਨਾ ਦਾ ਪ੍ਰਗਟਾਵਾ ਕਾਫੀਆਂ, ਬਾਰਾਂਮਾਹਾਂ, ਸ਼ਿਹਰਫੀਆਂ, ਮਾਝਾਂ ਰਾਹੀਂ ਕਰਕੇ ਪੰਜਾਬੀ ਸੂਫੀ ਕਵਿਤਾ ਦਾ ਖਜ਼ਾਨਾ ਜਿਹੜਾ ਹੈ ਉਹ ਭਰਪੂਰ ਕੀਤਾ। ਸੂਫੀਆਂ ਸੰਬੰਧੀ ਇਸ ਵਿਸ਼ਲੇਸ਼ਣ ਤੋਂ ਬਾਅਦ ਸਹਿਜ ਹੀ ਇਸ ਨਿਰਣੇ ਉੱਤੇ ਪਹੁੰਚਿਆ ਜਾ ਸਕਦਾ ਹੈ ਕਿ ਇਸ ਸਦੀ ਵਿੱਚ ਸੂਫੀਆਂ ਦੇ ਦੋ ਵਰਗ ਸਨ। ਇੱਕ ਉਹ ਜੋ ਬਾਬਾ ਫਰੀਦ ਵਰਗੇ ਸਨ, ਸ਼ਰੀਅਤ ਵਿੱਚ ਪੂਰਨ ਵਿਸ਼ਵਾਸ ਰੱਖਦੇ ਸਨ, ਅਤੇ ਇੱਕ ਦੂਜੇ ਜੋ ਸ਼ਾਹ ਹੁਸੈਨ ਵਰਗੇ ਸਨ। ਠੀਕ ਹੈ ਬੇਟਾ, ਓਕੇ, ਕੰਪਲੀਟ ਹੋ ਗਿਆ ਇਹ ਕੁਐਸਚਨ। ਹੁਣ ਸਿਰਫ 2 ਕੁਐਸਚਨ ਰਹਿ ਗਏ ਤੁਹਾਡੇ ਇਹਦੇ 1701 ਤੋਂ ਲੈ ਕੇ 1850 ਤੱਕ ਦੇ ਲਿਟਰੇਚਰ ਦੇ। ਇੱਕ ਤੇ ਰਹਿ ਗਿਆ ਵਾਰ ਕਾਵਧਾਰਾ ਅਤੇ ਇੱਕ ਵਾਰਤਕ ਵਾਲਾ। ਬਸ ਫਿਰ ਮੇਰੇ ਵੱਲੋਂ ਇਹ ਵੀ ਕੰਮ ਖਤਮ ਹੋ ਜਾਏਗਾ। ਓਕੇ, ਥੈਂਕ ਯੂ।